प्रसाद। मुख उचरै शास्त्र खट, पिंग गिरन चढ़ जाए। अंध लखै बधरो सुनै, जो काल कृपा कराए। अंध लखै बधरो सुनै, जो काल कृपा कराए। परम सन्मान आवर साहिबे कमाल, बारगाहे इनायत के मालक, कलयुगी जीवों के उद्धारकर्ता, साहिबे सहाबा जोत रूप हर आप, महिमा दे मालक धन धन गुरु पिता श्री गुरुदेव गुरु ग्रंथ साहिब जी दे पावन दर तो निवाजी हुई आत्मा, पहनाई हुई आत्मा संत बाबा सुच्चा सिंह जी की याद नूं समर्पित होंदियां गुरु याद नाल जुड़ बैठी गुरु प्यारी साध संगत, सतगुरु जी के दर तो निवाजे हुए कीर्तनियां तो बड़े प्रेम रस विच साहिब जी की अमृत बाणी का गायन आपने सरवण किया है। फिर साडे बहुत ही सत्कारयोग गुरु ग्रंथ साहिब जी की बाणी की बारीकियां नूं समझण वाले ते फिर संसार नाल सांझी करन दी गहरी भावना रखण वाले सत्कारयोग संत बाबा अमीर सिंह जी ने गुरु ग्रंथ साहिब जी के सत्कार विच महिमा विच रतननुमा बोल साड़ी झोली च पाए हैं। कुछ समा होर गुरु विचार राही मन गुरु चरना नाल जुड़ सके, एकाग्रता अदब ते आनंद की दात झोली च पै सके। इसलिए जितने माता भराता हाजरीन हाजरी पर रहे हो पेशतर गुरु नानक देव जी के चरण कमलों का ध्यान करदियां बहुत ही अदब सहित गुरु की मुबारक फतेह द्वारा सांझ बनाइए। वाहिगुरु जी का खालसा वाहिगुरु जी की फतेह। इत्थे बैठिया बैठिया गुरु अर्जन देव जी के दो बोल मेरे मानस पटल ते उजागर होए ने, जिन्हां च आप फरमान करदे ने कोई जन हर स्यों देवै जोर, चरण गहों बकों शुभ रसना दीजह प्राण अकोर। आप कहंदे ने कोई करता पुरख दा सेवक मैनू करता पुरख नाल जोड़ देवे, निरंकार नाल जोड़ देवे, जो हर तरह के दुखों नूं हर लैंदा है उस नाल जोड़ देवे, ते मैं उस जोड़न वाले दे चरण पकड़ लवां। चरण गहों बकों शुभ रसना, ते उसदी महिमा विच उसदी वडियाई विच शुभ बोल शुभ हिरदे नाल सांझे करां।
ਅਤੇ ਮੇਰੇ ਪ੍ਰਾਣ ਵੀ ਉਸ ਨੂੰ ਭੇਟਾ ਹੋ ਜਾਵਣ ਜੋ ਮੈਨੂੰ ਕਰਤਾ ਪੁਰਖ ਨਾਲ ਜੋੜ ਦੇਵੇ। ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਘਰ ਦੀ ਜਦ ਬਰਕਤ ਵੱਲ ਦੇਖਦੇ ਹਾਂ, ਇੱਥੇ ਗਹਿਰਾਈ ਨਾਲ ਦਿਖਾਈ ਪੈਂਦਾ ਹੈ ਕਿ ਕਿਸੇ ਤਰ੍ਹਾਂ ਵੀ ਹਿਰਦਾ ਕਰਤਾ ਪੁਰਖ ਨਾਲ ਜੁੜ ਜਾਏ। ਜੁੜਨ ਦੀ ਗੱਲ ਹੈ, ਜੁੜਨ ਦੀ ਖੇਡ ਹੈ, ਔਰ ਜੁੜਨ ਦੀ ਹੀ ਉਮੰਗ ਅਤੇ ਤਰੰਗ ਦਾ ਜ਼ਿਕਰ ਗੁਰੂ ਗ੍ਰੰਥ ਸਾਹਿਬ ਜੀ ਦੀ ਅੰਮ੍ਰਿਤ ਬਾਣੀ ਕਰਦੀ। ਵੈਸੇ ਵੀ ਜੇ ਸੰਸਾਰਕ ਤਲ 'ਤੇ ਦੇਖੀਏ ਤੇ ਕੁਛ ਵੀ ਜੁੜਿਆ ਹੋਇਆ ਹੀ ਕਾਬਲੇ ਕਬੂਲ ਹੁੰਦਾ, ਕਾਬਲੇ ਦੀਦ ਹੁੰਦਾ ਤੇ ਕਾਬਲੇ ਇਸਤੇਮਾਲ ਹੁੰਦਾ ਹੈ। ਟੁੱਟਿਆ ਹੋਇਆ ਸਿਵਾਏ ਰੁਕਾਵਟ ਦੇ ਹੋਰ ਕੁਛ ਵੀ ਨਹੀਂ ਆਉਂਦਾ। ਜੈਸੇ ਮੈਂ ਅਰਜ਼ ਕਰਾਂ, ਜਿਹੜੇ ਬਸਤਰ ਵੀ ਅਸੀਂ ਗਲ ਵਿੱਚ ਪਾਏ ਹੋਏ ਨੇ, ਇਹ ਵੀ ਦਰਜੀ ਨੇ ਕੁਝ ਵੱਖ-ਵੱਖ ਕੱਪੜੇ ਦੇ ਟੁਕੜਿਆਂ ਨੂੰ ਜੋੜ ਕੇ ਸਾਡੀ ਪੋਸ਼ਾਕ ਬਣਾਈ ਹੈ, ਬਸਤਰ ਤਿਆਰ ਕੀਤੇ ਨੇ। ਜਿਸ ਇਮਾਰਤ ਵਿੱਚ ਬੈਠੇ ਹਾਂ, ਸਿਆਣੇ ਕਾਰੀਗਰ ਨੇ ਇੱਕ ਇੱਟ ਨੂੰ ਜੋੜ ਕੇ ਇਸ ਨੂੰ ਇਹ ਸੁੰਦਰ ਮਹਿਲ ਦਾ ਰੂਪ ਦਿੱਤਾ ਹੈ। ਗਰਜ਼ ਇਹ ਕਿ ਹਰ ਵਸਤੂ ਜੁੜ ਕੇ ਹੀ ਸੁਹਾਵਣੀ ਹੁੰਦੀ ਹੈ ਅਤੇ ਸੁਖਦਾਇਕ ਹੁੰਦੀ ਹੈ। ਟੁੱਟਿਆ ਹੋਇਆ ਸਭ ਕੁਝ ਹੀ ਦੁਖਦਾਇਕ ਹੁੰਦਾ ਹੈ। ਚਲੋ ਦੂਰ ਕਿਉਂ ਜਾਈਏ, ਸਾਡੇ ਪੈਰਾਂ ਵਿੱਚ ਪਿਆ ਹੋਇਆ ਜੋੜਾ ਹੀ ਟੁੱਟ ਜਾਏ, ਸਾਡੇ ਕਦਮਾਂ ਦੀ ਗਤੀ ਨੂੰ ਰੋਕ ਦੇਵੇਗਾ, ਚੱਲਣਾ ਨਹੀਂ ਹੋ ਸਕੇਗਾ। ਜਿਸ ਵਾਹੀਕਲ 'ਤੇ ਆਪ ਸਫ਼ਰ ਕਰਦੇ ਉਸ ਦਾ ਇੱਕ ਨਟ ਵੀ ਟੁੱਟ ਜਾਏ, ਸਾਰਾ ਵਾਹੀਕਲ ਰੁਕ ਜਾਏਗਾ। ਮਕਾਨ ਦੀ ਛੱਤ ਟੁੱਟ ਜਾਏ, ਦਰਵਾਜ਼ਾ ਟੁੱਟ ਜਾਏ, ਦੁਖਦਾਇਕ ਹੋਵੇਗਾ। ਅਤੇ ਜੇ ਹਿਰਦਾ ਕਰਤਾ ਪੁਰਖ ਨਾਲੋਂ ਟੁੱਟ ਜਾਏ, ਫਿਰ ਸੁੱਖ ਦੀ ਕਾਮਨਾ ਵੀ ਨਹੀਂ ਕੀਤੀ ਜਾ ਸਕਦੀ, ਫਿਰ ਸੁੱਖ ਬਾਰੇ ਸੋਚਿਆ ਵੀ ਨਹੀਂ ਜਾ ਸਕਦਾ, ਕਲਪਨਾ ਵੀ ਨਹੀਂ ਹੋ ਸਕਦੀ। ਇਸ ਲਈ ਬੜਾ ਲਾਜ਼ਮੀ ਹੈ ਹਿਰਦਾ ਹਰੀ ਨਾਲ ਜੁੜਿਆ ਰਹੇ, ਕਰਤਾ ਪੁਰਖ ਨਾਲ ਜੁੜਿਆ ਰਹੇ। ਮਹਾਰਾਜ ਨੇ ਹੋਰ ਵੀ ਬੜਾ ਇਸ ਸ਼ਬਦ ਨੂੰ ਵਿਸ਼ਾਲਤਾ ਨਾਲ ਸਾਂਝਾ ਕੀਤਾ ਹੈ। ਬਾਕੀ ਮਤਾਂ ਨੂੰ ਜਦ ਪੜ੍ਹਦੇ ਹਾਂ, ਹੁਣੇ ਮਹਾਂਪੁਰਖ ਦੱਸ ਰਹੇ ਸਨ ਕਿ 6-7 ਹਜ਼ਾਰ ਕਿਤਾਬਾਂ ਉਹਨਾਂ ਦੀ ਨਜ਼ਰ 'ਚੋਂ ਨਿਕਲੀਆਂ ਨੇ। ਆਪ ਵੀ ਬੇਸ਼ੱਕ ਪੜ੍ਹ ਕੇ ਦੇਖ ਲੈਣਾ, ਈਸਾਈ ਜਗਤ ਵਿੱਚ ਜੁੜਨ ਦੀ ਖਾਹਿਸ਼ ਤਾਂ ਹੈਗੀ ਹੈ, ਪਰ ਨਾਲ ਇੱਛਾ ਇਹ ਵੀ ਹੈ ਕਿ ਕੋਈ ਈਸਾਈ ਜੋੜਨ ਵਾਲਾ ਹੋਵੇ, ਕੋਈ ਈਸਾਈ ਜੋੜ ਦੇਵੇ। ਇਹ ਵੀ ਇੱਕ ਧਾਰਮਿਕ ਸੰਕੀਰਣਤਾ ਹੁੰਦੀ ਹੈ, ਵਿਸ਼ਾਲਤਾ ਨਹੀਂ ਹੁੰਦੀ। ਅਹਿਲੇ ਇਸਲਾਮ ਦੇ ਤਮਾਮ ਸੰਤਾਂ ਨੂੰ ਪੜ੍ਹ ਕੇ ਦੇਖੋ, ਉਹਨਾਂ ਦੀ ਵੀ ਭਾਵਨਾ ਦਿਖਾਈ ਪੈਂਦੀ ਹੈ। ਖੁਦਾ ਨਾਲ ਜੁੜਨਾ ਤਾਂ ਹੈ, ਪਰ ਜੋੜਨ ਵਾਲਾ ਮੋਮਨ ਹੋਵੇ, ਕਾਫਰ ਨਹੀਂ ਚਾਹੀਦਾ। ਅਤੇ ਕਾਫਰ ਉਹ ਹਰ ਉਸ ਇਨਸਾਨ ਨੂੰ ਆਗ ਛੱਡਦੇ ਨੇ ਜਿਹੜਾ ਇਸਲਾਮ ਦੀ ਮੱਧ ਵਿੱਚ ਨਹੀਂ ਆਉਂਦਾ, ਇਸਲਾਮ ਨੂੰ ਕਬੂਲ ਨਹੀਂ ਕਰਦਾ। ਉਹਨਾਂ ਲਈ ਈਸਾਈ, ਪਾਰਸੀ, ਜੈਨੀ, ਬੋਧੀ ਸਾਰੇ ਹੀ ਕਾਫਰ ਹੁੰਦੇ। ਇਸੇ ਤਰ੍ਹਾਂ ਬਾਕੀਆਂ ਨੂੰ ਵੀ ਪੜ੍ਹ ਕੇ ਦੇਖ ਲੈਣਾ, ਆਪਣੇ ਮਤ ਦਾ ਜੋੜਨ ਵਾਲਾ ਚਾਹੀਦਾ। ਸਤਿਗੁਰੂ ਗੁਰੂ ਨਾਨਕ ਦੇਵ ਜੀ ਦੇ ਹਿਰਦੇ ਦੀ ਵੱਡੀ ਵਿਸ਼ਾਲਤਾ ਹੈ, ਵੱਡੀ ਵਡਿਆਈ ਹੈ, ਮਹਿਮਾਮਈ ਹਿਰਦਾ ਹੈ। ਐਸਾ ਨਹੀਂ ਆਖਿਆ ਕਿ ਕੋਈ ਸਿੱਖ ਜੋੜ ਦੇਵੇ ਜਾਂ ਕੋਈ ਮੁਸਲਿਮ ਜੋੜ ਦੇਵੇ।
सीमावां तो परे शब्द है, इसनों पढ़ के विचार के देखो। कोई जन हरस्यों देवै जोर, चरण गहों बकों शुभ रसना, दीजै प्राण अकोर। इसलिए 1518 च गुरु नानक देव महाराज जद पाकपटन पहुँचे ने, हज़रत बाबे फरीद साहब नूं विचारां करके नाल ही लियाए। आखिया फरीद असी भी जोड़न दा यतन करदे हां, तू भी जोड़दा पिया है, ते आ इकट्ठे बैठ के जोड़ीए। जोड़न वाले खुद भी जुड़न ते तां ही दूजिਆਂ नूं जोड़ सकदे ने। कबीर जी दे कलाम नूं अपने घर लिआंदा। इस तरह उन्हां महापुरखां नूं भी अपने ਸਿੰਘਾਸਣ ते बिठाया, जिन्हां नूं भारत विच अत नीवीं किरत वाला मन्निया जांदा सी। जैसे दो तरह की किरत साडे देश विच बड़ी नखिद मन्नी जाती है, नीवीं मन्नी जाती है, ऐसी किरत करन वाले सदना जी मौजूद ने, जिन्हां दी किरत सी पशुआं दा मांस कट के बाजार विच वेचना ते फिर अपनी उपजीविका पैदा करनी। साडे देश विच इस किरत नूं कोई चंगी दृष्टि नाल नहीं देखिया जांदा, कोई सन्मान योग दृष्टि नाल नहीं देखिया जांदा। ते दूजे भगत रविदास जी महाराज, उन्हां दी किरत है मरे हुए पशुआं नूं चुक के लै जाना, उन्हां दा चमड़ा, उन्हां दीयां हड्डियां प्रोसैस करनियां ते फिर उस नाल साजो समान बना के अपनी उपजीविका पैदा करनी। पर हिरदा करता पुरख नाल जुड़िया होया, इसलिए सतगुरु उन्हां नूं भी अपने नाल बिठांदे ने। और भावना यही प्रगट हो रही है कि कोई जन हरस्यों देवै जोर, चरण गहों बकों शुभ रसना, दीजह प्राण अकोर। रविदास महाराज खुद अपनी गल नूं तस्लीम करते हैं, कहते हैं मैनू लागे लागे बनारस दे कोई बुला के भी राजी नहीं सी। मेरी जात कुट बांडला ढोर ढोवंता, नित है बनारसी आस पासा। पीढ़ियां तो खानदाना तो यही कम करते आ रहे हैं। लोग आवाज़ भी देंदे ने ते उस पासे खड़े हो के जिधरों उन्हां दा परछावां मेरे वल आवे, मेरा परछावां उधर ना जावे। हवा दा भी रुख देखते ने, मेरी कुली नाल सोई हुई हवा उन्हां दे बस्त्रां नूं स्पर्श ना कर जावे। इस तरह आवाज़ देंदे ने, रविदास मझ मर गई है, गऊ मर गई है, चुक के लिया। और गल विच टल पा के उन्होंने बाजार चों निकलना पैंदा है। कहते ने ये मेरी हालत सी, पर जदों दा करता पुरख दे नाम नाल हिरदा जुड़िया है ते बिपर प्रधान अब करें डंडौत। ये नाम दी वडियाई है। और ऐसा वाकई होया जिहड़े प्रमुख सियाणे ब्राह्मण सन, जिधरों रविदास लंघदे सन डंडौत बंदना वो करते सन, नमस्कार करते सन, मत्था टेकते सन, प्रार्थना करते सन, हे रविदास जिवें तेरा हिरदा जुड़ गया इस तरह साडा हिरदा भी जोड़ दे। असी बाहर शास्त्रां दे ज्ञान विच पए रहे, हिरदा परमात्मा नाल नहीं जुड़ सकिया। ये गल अत कथनी नहीं है बई अपने आप आख दिती है, जरूर ऐसा होया होवेगा तां रविदास जी ने इसनूं बाणी च दर्ज किया। और वाकई जरूर ऐसा होया होवेगा। इसलिए गुरु अर्जन देव महाराज ने प्रमाणित करदियां ते सन्मानित करदियां गुरु ग्रंथ साहब जी दर्ज कर दिता। ते बिपर प्रधान अब करह डंडौत, तेरे नाम सरणाए रविदास दासा। हे करता पुरख जदों दा मेरा हिरदा तेरे नाल जुड़ गया है, तेरे नाम नाल जुड़ गया है, उस वेले तो संसार नमस्कार करता है। तुसी जितने बैठे हो साडा कोई रिश्ता तो नहीं रविदास जी दे नाल।
कोई ब्लड रिलेशन नहीं है, कभी मिलना भी नहीं होया। वो सदियां पहले संसार तो रुखसत हो गए, पर अज भी असी सारे श्रद्धा सत्कार सहित गुरु नानक रूप जाणदियां, पार ब्रह्म परमेश्वर रूप जाणदियां उन्होंने मत्था टेकदे आ, चौर झुलांदे आ। ये सन्मान इसलिए प्राप्त होया क्योंकि हिरदा नाम नाल जुड़िया होया। इसलिए बड़ी वधिया गल आखी बाबा अमीर सिंह जी ने, बड़ा कीमती रतननुमा उन्होंने बाबा सुच्चा सिंह जी के जीवन का बचन सरवण कराया बई सब तो पहले हिरदे विच गुरु का सत्कार पैदा होवे। सत्कार पैदा होवेगा तां ही जुड़ सकेगा। तुसी देख लो, भावें बड़ा कोई विआह का समागम चल रहा होवे, परिवारक साडी सांझ होवे, रिश्तेदारी साडी होवे, पर कोई मनुख ऐसा भी आया होवे जिस नाल साडा सत्कार ना होवे, साडे मन विच तिरस्कार होवे, असी उस कोल दूर ही बैठांगे, उस नाल नेड़ता नहीं बन सकती। उसकी किसी गल नूं असी नहीं मन्नांगे, बल्कि हर गल नूं कंडैम करांगे, हर उहदी गल नूं टोकण दा यतन करांगे और हर उसकी गल नूं झूठा साबित करांगे। क्योंकि साढ़े मन विच उस प्रति सत्कार ही नहीं है। जिन्हां दा गुरु ग्रंथ साहब प्रति सत्कार ही नहीं है, उन्हां दी पछाण यह होवेगी वो बाणी दी एक एक गल ते किंतु करनगे। अज भी तुहानूं बड़े मिल जाणगे, इत्थे लागे चागे ही मिल जाणगे, दूर जाण दी लोड़ नहीं है। जिन्हां दा सुभव बणिया होया, सुभाव बणिया होया कि जिवें मर्जी होवे, लोकां नूं अमृत वेले नालों तोड़ो। आप सारे सियाणे पुरुष बैठे हो, मैं गुरु रूप संगत जाणदियां आप जी दे चरण कमलां ते सजदा करदियां ये गुजारिश निमरता सहित करना चाहता। 1469 तो लैके 2017 तक कौम पहुँची है। 550 साल का सफ़र है। 550 साढ़ियाँ 5 सदियाँ हो गई। ये किसी विद्वान करके कौम नहीं इत्थों तक पहुँची। हुण ते गुरु मेहर सदका सारी दुनिया विच गुरु ग्रंथ साहिब जी का निशान झुलदा होया दिखाई पै रहा। इस दे पिछे बड़ियां शहीदियां ने, बड़ी बरकत है, बड़ी सांझ है। किसी एक मनुख करके नहीं पहुँची। साडे ते बड़ा औखा दौर भी रहा। हुण भी किहड़ा सौखा है। कोई माड़ा जिहा गुरु की गल निधड़कता नाल कहण लग पवे, बेपरवाही नाल कहण लग पवे, उस ते हमले हो जाते ने, उहनूं मारन दा यतन कीता जांदा या मार दिता जाता है। मैं अर्ज़ करना चाहता हाँ, बड़े औखे दौर चों साडी कौम लंघी है। एक दिन ऐसा भी आ गया सी जिस दिन ए नाल ही हैगा साडे छप्पड़ चढ़ी ए मैदान विच, जिथे याद हुण बनाई हुई पिछली सरकार ने बनाई सी। कुपरहीड़ दे मैदान विच सिर्फ खालसा पंथ की गिणती 30 रह गई सी। 30 सिख रह गए सन, बाकी सारे इत्थे शहीद हो गए सन। एक तरह नाल कौम नूं खत्म कर दिता सी भी हुण कौम ये खत्म हो गई। उन्होंने जश्न मनाया, उन्होंने मन की खुशी प्रगट की बई हुण गुरु नानक दी कौम नूं खत्म कर दिता गया। पर कौम अज भी सारी दुनिया विच मौजूद है। तोपां दे गोले अपने सीने ते सहारे ने, बंद बंद कटवा के भी ये कौम फिर जिंदा है। ये किसी एक व्यक्ति करके नहीं है, किसी लीडर करके नहीं है, या किसी विद्वान करके नहीं है। इस कौम की होंद नितनेम करके है। इस कौम की होंद वाहिगुरु मंत्र दे जाप करके है। इस कौम की होंद सतगुरु जी की बाणी की इनायत करके है। इसलिए उन्होंने पता चल गया बई ना ये तोपां नाल मरदे ने, ना ये टैंकां नाल खत्म हो सकते ने। इसलिए इन्हां दा मूल स्रोत जिहड़ा अमृत वेले वाहिगुरु मंत्र दा जाप है,
ਤੇ ਗੁਰੂ ਬਖਸ਼ੀਆਂ ਪੰਜ ਬਾਣੀਆਂ ਦਾ ਨਿਤਨੇਮ ਹੈ। ਇਹਨਾਂ ਨੂੰ ਉਸ ਮੂਲ ਸਰੋਤ ਨਾਲੋਂ ਤੋੜ ਦੇਵੋ। ਨਾ ਟੈਂਕ ਦੀ ਲੋੜ ਹੈ, ਨਾ ਤੋਪਾਂ ਦੀ ਲੋੜ ਹੈ, ਨਾ ਮਾਰਨ ਦੀ ਲੋੜ ਹੈ। ਇਹ ਕੌਮ ਆਪੇ ਹੀ ਖਤਮ ਹੋ ਜਾਏਗੀ। ਵੱਡੇ ਤੋਂ ਵੱਡੇ ਦਰਖਤ ਨੂੰ ਖਤਮ ਕਰਨਾ ਹੋਵੇ, ਆਰਿਆਂ ਕੁਲਾੜਿਆਂ ਦੀ ਲੋੜ ਨਹੀਂ ਹੈ। ਬਸ ਪਾਣੀ ਨਾਲੋਂ ਸੰਬੰਧ ਤੋੜ ਦੇਵੋ, ਆਪੇ ਗਿਰ ਜਾਏਗਾ। ਪੱਤਾ ਪੱਤਾ ਹੋ ਕੇ ਗਿਰ ਜਾਏਗਾ ਔਰ ਨੇਸਤੋ ਨਾਬੂਦ ਹੋ ਜਾਏਗਾ। ਇਸ ਲਈ ਕਿਸੇ ਕੌਮ ਨੂੰ ਖਤਮ ਕਰਨਾ ਹੋਵੇ ਨਾ, ਉਹਦੇ ਮੂਲ ਸਰੋਤ ਨਾਲੋਂ ਤੋੜ ਦੇਵੋ, ਜਾਂ ਫਿਰ ਇੰਝ ਕਹਿ ਲਓ ਨਿਤਨੇਮ ਨਾਲੋਂ ਸਿੱਖ ਨੂੰ ਤੋੜ ਦੇਵੋ। ਸਿੱਖ ਤੇ ਮਰ ਗਏ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲੋਂ ਤੋੜ ਦੇਵੋ, ਸਿੱਖ ਤੇ ਆਪੇ ਹੀ ਮਰ ਗਿਆ। ਚਾਰ ਬੱਜਰ ਕੁਰੈਤਾਂ ਦਾ ਜ਼ਿਕਰ ਸਾਡੀ ਰਹਿਤ ਮਰਿਆਦਾ ਵਿੱਚ ਮੌਜੂਦ ਹੈ। ਔਰ ਸੱਚ ਜਾਣਨਾ, ਗੁਰੂ ਗ੍ਰੰਥ ਸਾਹਿਬ ਜੀ ਦਾ ਦਿਲੋਂ ਸਨਮਾਨ ਨਾ ਕਰਨਾ, ਇਹ ਵੀ ਬੱਜਰ ਕੁਰੈਤ ਹੀ ਹੈਗੀ। ਇਸ ਨੂੰ ਬੱਜਰ ਕੁਰੈਤ ਤੋਂ ਘੱਟ ਨਾ ਸਮਝਣਾ। ਸਤਿਗੁਰੂ ਜੀ ਨੇ ਤਾਂ ਹੀ ਇਹ ਬੋਲ ਆਖੇ। ਹੁਣੇ ਮਹਾਂਪੁਰਖ ਤੁਹਾਨੂੰ ਇਹ ਬੋਲ ਸੁਣਾ ਕੇ ਗਏ ਕਿ ਜਿਨ ਭੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਕੇਵਲ ਕੇਸਾਂ ਦੀ ਬੇਅਦਬੀ ਕਰਨ ਨਾਲ ਹੀ ਸਿੱਖ ਸਿੱਖੀ ਤੋਂ ਖਾਰਜ ਨਹੀਂ ਹੋ ਜਾਂਦਾ। ਗੁਰੂ ਬਖਸ਼ੇ ਕਕਾਰਾਂ ਦੀ ਬੇਅਦਬੀ ਕਰਨ ਨਾਲ ਹੀ ਸਿੱਖ ਸਿੱਖੀ ਤੋਂ ਖਾਰਜ ਨਹੀਂ ਹੋ ਜਾਂਦਾ। ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਨਾ ਹੋਵੇ, ਉਹ ਵੀ ਸਿੱਖੀ ਤੋਂ ਖਾਰਜ ਹੋ ਜਾਂਦਾ। ਇਸ ਨੁਕਤੇ ਨੂੰ ਆਪਾਂ ਸਮਝਣ ਦਾ ਯਤਨ ਕਰਨਾ ਹੈ। ਇਸ ਨੁਕਤੇ ਨੂੰ ਹਿਰਦੇ 'ਚ ਵਸਾਉਣ ਦਾ ਯਤਨ ਕਰਨਾ ਹੈ, ਤਾਂ ਕਿ ਅਸੀਂ ਉਹ ਕਰਮ ਨਾ ਕਰ ਸਕੀਏ, ਉਹ ਵਿਚਾਰ ਮਨ ਵਿੱਚ ਨਾ ਲਿਆ ਸਕੀਏ ਜਿਸ ਦੁਆਰਾ ਸਾਡਾ ਹਿਰਦਾ ਗੁਰੂ ਤੋਂ ਦੂਰ ਹੋ ਜਾਏ। ਇਤਿਹਾਸ ਵਿੱਚ ਬੜੇ ਬਰਕਤਮਈ ਬੋਲ ਆਏ ਨੇ ਕਿ ਜਿਨ ਪੈ ਬਾਣੀ ਅਦਬ ਨਾ ਧਾਰਾ, ਜਾਣੋ ਸੋ ਸਿੱਖ ਨਹੀਂ ਹਮਾਰਾ। ਉਹ ਸਭ ਕੁਝ ਹੋ ਸਕਦਾ, ਵਿਦਵਾਨ ਹੋ ਸਕਦਾ, ਧਨਵਾਨ ਵੀ ਹੋ ਸਕਦਾ ਹੈ, ਪਰ ਉਸ ਨੂੰ ਗੁਰੂ ਨਾਨਕ ਗਰੀਬ ਨਵਾਜ਼ ਦਾ ਸਿੱਖ ਹੋਣ ਦਾ ਮਾਣ ਪ੍ਰਾਪਤ ਨਹੀਂ ਹੋ ਸਕਦਾ, ਜਿਹੜਾ ਗੁਰੂ ਗ੍ਰੰਥ ਸਾਹਿਬ ਜੀ ਦੇ ਅਦਬ ਤੋਂ ਮੁਨਕਰ ਹੁੰਦਾ ਹੈ। ਇਸ ਲਈ ਸਤਿਗੁਰੂ ਜੀ ਨੇ ਸਾਨੂੰ ਜੋੜਿਆ ਹੈ। ਮਹਾਰਾਜ ਜੀ ਦੇ ਚਰਨਾਂ ਕਮਲਾਂ ਦੇ ਪਵਨ ਬਖਸ਼ਿਸ਼ ਨੂੰ ਮਾਣਦਿਆਂ ਜਦ ਆਸਰਾ ਲੈਂਦਾ ਸਿੱਖ, ਸੀਸ ਰੱਖਦਾ ਹੈ, ਅਤੇ ਸਮਝ ਵਿੱਚ ਆਉਂਦੀ ਹੈ ਕਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਕਦਮਾਂ ਦੀ ਖਾਕ ਕਿਵੇਂ ਸਾਡੇ ਜੀਵਨ ਨੂੰ ਬਰਕਤ ਨਾਲ ਭਰ ਦਿੰਦੀ। ਇਹ ਸੈਂਕੜੇ ਰੋਗਾਂ ਦਾ ਦੁੱਖ ਦੂਰ ਕਰ ਦਿੰਦੀ ਹੈ, ਸੈਂਕੜੇ ਸੋਗਾਂ ਤੋਂ ਸਾਨੂੰ ਬਚਾ ਲੈਂਦੀ ਹੈ। ਮੈਨੂੰ ਇੱਕ ਜ਼ਿਕਰ ਖਿਆਲ 'ਚ ਆ ਗਿਆ ਭਾਈ ਸਾਹਿਬ ਭਾਈ ਨੰਦ ਲਾਲ ਜੀ ਦਾ। ਮਹਾਰਾਜ ਇੱਕ ਦਫਾ ਬੜੇ ਪ੍ਰਸੰਨ ਹੋਏ, ਬੜੀ ਖੂਬਸੂਰਤ ਦਸਤਾਰ ਸਜਾ ਕੇ ਭਾਈ ਨੰਦ ਲਾਲ ਜੀ ਆਏ ਅਤੇ ਸਾਹਿਬ ਨੇ ਆਪਣੇ ਗਲ ਨਾਲ ਲਾਇਆ। ਇਹ ਦਸਤਾਰ ਜਿਹੜੀ ਹੈ ਨਾ, ਇਹ ਸਾਡੇ ਬਸਤਰਾਂ ਦਾ ਹਿੱਸਾ ਨਹੀਂ, ਇਹ ਸਾਡੀ ਬੰਦਗੀ ਦਾ ਹਿੱਸਾ ਹੈ, ਇਹ ਸਾਡੀ ਇਬਾਦਤ ਦਾ ਹਿੱਸਾ ਹੈ। ਇਸ ਲਈ ਇਸ ਨੂੰ ਇਬਾਦਤ ਦੀ ਤਰ੍ਹਾਂ ਸੀਸ 'ਤੇ ਰੱਖਿਆ ਜਾਂਦਾ। ਜਿਵੇਂ ਇਬਾਦਤ ਕਰਦਿਆਂ ਸਜਦੇ ਵਿੱਚ ਸੀਸ ਝੁਕਦਾ ਹੈ, ਇਸ ਤਰ੍ਹਾਂ ਦਸਤਾਰ ਸੀਸ 'ਤੇ ਸਜਾਉਂਦਿਆਂ ਹੋਇਆਂ ਮਨ ਸਜਦੇ ਵਿੱਚ ਆਉਣਾ ਚਾਹੀਦਾ। ਜਦੋਂ ਦਸਤਾਰ ਸਜਾਉਂਦੇ ਹੋ ਨਾ, ਛੋਟੀ ਜਿਹੀ ਅਰਦਾਸ ਕਰ ਲਿਆ ਕਰੋ ਬਈ ਹੇ ਗੁਰੂ ਕਲਗੀਧਰ ਪਾਤਸ਼ਾਹ, ਤੇਰੀ ਮਿਹਰ ਨਾਲ ਦਸਤਾਰ ਸੋਹਣੀ ਸਜ ਵੀ ਜਾਵੇ ਅਤੇ ਫਿਰ ਜ਼ਮਾਨੇ ਵਿੱਚ ਬਚ ਵੀ ਜਾਵੇ, ਕਿਉਂਕਿ ਬੜੇ ਸਾਰੇ ਉਤਾਰਨ ਵਾਸਤੇ ਵੀ ਤਿਆਰ ਬੈਠੇ ਨੇ। ਹੋਰ ਕਿਸੇ ਦਾ ਕੋਈ ਬਸਤਰ ਲੈ ਜਾਏ ਨਾ, ਚਲਦਿਆਂ ਚਲਦਿਆਂ ਅਗਲੇ ਦਾ ਕੋਈ ਕੁੜਤਾ ਗਿਰ ਜਾਏ ਜਾਂ ਇਸ ਤਰ੍ਹਾਂ ਕੋਈ ਰੁਮਾਲ ਗਿਰ ਜਾਏ, ਕੋਈ ਹੋਰ ਬਸਤਰ ਗਿਰ ਜਾਏ, ਉਹ ਬੇਅਦਬੀ ਦਾ ਬਾਇਸ ਨਹੀਂ ਬਣਦਾ। ਪਰ ਜੇ ਕਿਸੇ ਦੀ ਦਸਤਾਰ ਗਿਰ ਜਾਏ ਨਾ, ਅਸੀਂ ਕਹਿੰਦੇ ਇਹਦੇ ਤੇ ਪੱਲੇ ਕੱਖ ਰਿਹਾ ਹੀ ਨਹੀਂ ਹੈ, ਇਹਦੀ ਤੇ ਦਸਤਾਰ ਹੀ ਗਿਰ ਗਈ ਹੈ। ਇਹ ਸਾਡੇ ਅਦਬ ਦਾ ਵੀ ਪਾਵਨ ਚਿੰਨ੍ਹ ਹੈ, ਔਰ ਇਸ ਤਰ੍ਹਾਂ ਮੈਂ ਅਰਜ਼ ਕਰਾਂ ਸਾਡੀ ਇਬਾਦਤ ਦਾ ਵੀ ਪਾਵਨ ਚਿੰਨ੍ਹ ਹੈ। ਇਹ ਬਸਤਰਾਂ ਦਾ ਹਿੱਸਾ ਨਹੀਂ ਹੈ। ਜੇ ਧਿਆਨ ਨਾਲ ਦੇਖੀਏ ਨਾ, ਤੇ ਨਿਸ਼ਾਨ ਸਾਹਿਬ ਬਾਹਰ ਲੱਗਿਆ ਹੋਇਆ ਹੈ ਨਾ, ਉਹ ਇਮਾਰਤ ਦਾ ਹਿੱਸਾ ਨਹੀਂ ਆਉਂਦਾ।
श्री दरबार साहब देख लो, निशान साहब किसी इमारत का हिस्सा नहीं आंदा। निशान साहब ये दसदा है कि ये इमारत गुरु नानक दी है, ये इमारत गुरु ग्रंथ साहब दी है। जे इसनूं खेचल ना समझो तो एक छोटा जिहा निशान साहब अपने घर ते भी ला रखो। जे अपना नाम बाहर लिखिया होया दीवार ते नेम प्लेट लाई है तो गुरु का निशान भी सिख लावे, कोई हर्ज नहीं है, सगों सन्मान ही वधदा। जिवें निशान दसदा है इमारत गुरु दी है, इस तरह ये दस्तार दसदी है कि जिहड़ा चलदा जा रहा है इहदे सिर ते दस्तार है, ये गुरु नाल जुड़िया होया है, ये सतगुरु की बरकत नाल जुड़िया होया है। ये दस्तार शब्द ईरानी ओरिजन शब्द है तो पूरा शब्द है दस्ते यार। तो दस्ते यार का मतलब है जिस दे सिर ते उस यार का हाथ हैगा है, जिहदे सिर ते दस्तार है, समझो कलगीधर पातशाह जी का हाथ इहदे सिर ते है। फिर महाराज का एक होर बचन बड़ा गहरा है, कहने ताहे कहा परवाह काहू की, जाके बसीस धरियो गुर हथ। ये गुरु का हथ हैगा जिहड़ा शरधा नाल प्रेम नाल खूबसूरत दस्तार सजांदा है। ये पग बन्हनी शब्द साडा नहीं हैगा, साडा शब्द है दस्तार सजानी। महाराज ने सब कुछ सजाया ही हैगा। असीं कदी कहा बई गुरु गोबिंद सिंह महाराज ने खालसा बनाया, असीं कहने खालसा सजाया है। दीवान सज गया है, कड़ा प्रसाद की देग सज गई है, लंगर सज गया है। ये सजना सजाना सतगुरु जी ने साड़ी झोली विच पाया। दस्तार नूं सिख सजांदा है, इस तरह ना लपेटा मारिया होवे जिवें इंज लगे पता नहीं कित्थों बेअदबी करा के आया। जिन्नी सोहनी दस्तार सजाओगे उन्नी सतगुरु की ज़्यादा मेहर प्राप्त होवेगी। ये छोटे छोटे नुकते ने जो मैं आप नाल साझे करना चाहता हाँ। बड़ी खूबसूरत दस्तार सजा के आए तो सतगुरु ने गल नाल लाया, आख्या भाई जी थोड़ी दस्तार इतनी सोहनी है, इतना मन प्रसन्न होया, जो मंगना मंग लो असीं देण लई तैयार। भाई नंद लाल जी बच्चों की तरह सतगुरु जी के कदमां नाल लिपट गए तो जार जार उन्हां दे नेत्रां चों जल वगण लग पिया, मोटे मोटे आंसू वगण लग पे। सतगुरु जी ने फिर गल नाल लाया, भाई जी क्यों रोंदे पे? आख्या महाराज गल ये है, मेरे मन में कोई मंग रही नहीं है, किवें मंगा, कोई मंग बची कोई नहीं। वाकई बाकी संसार ते मंगदा ही रहिंदा है, ते मंगण वाले थानू बड़े दिख जाणगे। योगियां नू देख लो, दिगंबरां नू देख लो, होर बथेरे मिल जाणगे जिहड़े दर दर जाके मंगदे पए। पर जिहड़ा सतगुरु नाल जुड़ जांदा ना साध संगत, वो मंगण वाला नहीं बनता, गुरु उसनूं वंडण वाला बना दिंदा है। वो जगह जगह वंडदा होया दिखाई पैंदा। अज सारी दुनिया के लोग हैरान ने बई 3-4 करोड़ बंदियां नूं रोज़ गुरु नानक दे दरों प्रसादा मिलता है। ये वंडण वाला गुरु ने बना दिता, गुरु सिख नूं मंगण वाला नहीं बनाता। हाँ मंगण वाला बनाता है, गुरु सिख दे हिरदे च ऐसी भावना पैदा करता है कि गुरु से जिहड़ा है ना उस नाल जुड़ के सिख गुरु कोलों मंगदा है। हम भीखक भिखारी तेरे, तू निज पत है दाता। अपने गुरु कोलों मंगदा है, बाकी संसार नूं वंडदा होया ही दिखाई पैंदा है। आख्या हे कलगियां वालिया, जदों नंद लाल तेरे घर नहीं आया सी, 1000 मंगतियां दा एक मंगता सी नंद लाल। जदों तक तेरे नाल जुड़ना नहीं होया सी, 1000 मंगतियां दा मंगता सी नंद लाल।
वाकई ऐसा है साध संगत जिहड़ा श्री गुरु ग्रंथ साहब जियां दे नाल नहीं जुड़िया उहनूं देखो मंगण वालियां कोलों भी मंगदा पिया। जिहड़े तेल मंगदे मंगदे मर गए ना उन्हां दी कबरां ते जाके भी मंगदा पिया। हज़ारां मंगतियां दे मंगते वो हुंदे ने जिहड़े सतगुरु गुरु ग्रंथ साहब नाल नहीं जुड़दे, जिहड़े गुरु नालों टुटे रहिंदे ने, नितनेम नालों टुटे रहिंदे ने ते सच जानना हज़ारां दी झोली भरन वाले गुरु उन्हां नूं दाते बना दिंदा है जिहड़े अंदरों गुरु नाल जुड़ जांदे ने। गुरु नाल जुड़ना की है? नाम नाल जुड़ना है। महाराज ने कहा नहीं नंद लाल मंगो, साडा मन बड़ा प्रसन्न होया। क्या कलगियां वालिया जदों आया सी हज़ारां मंगतियां दा मंगता सी नंद लाल, पर अज तू इतना अंदरों रजा दिता है, राजा बना दिता है। हुण सारे अनंत ब्रह्मंडां दा मालक कलगी वाला खुद भी आखे नंद लाल कुछ मंग लै ते मैं ना करदा, महाराज मैनू कुछ भी नहीं चाहिए। सतगुरु ने फिर गल नाल लाया कि कोई गल नहीं, जे तेरे कोल कोई इच्छा नहीं है तो साडा मान रखण वास्ते ही मंग लै। ये भी सच गल है साध संगत। सिख दा मान भी तां ही रहिंदा है जे होर किधरे ना मंगे, ते गुरु दा मान भी तां ही रहिंदा है जे सिख अपने गुरु कोलों जरूर मंगे। महाराज कहते ने बारिक वांगी हों सब किछ मंगा। हे गुरु पिता मैं बच्चे की तरह ज्यों बारक पिता उपर करे बहु मान, बड़े मान नाल बच्चा अपने पिता कोलों मंग लैंदा है ना, उन्होंने नहीं पता होंदा बई मेरे बापू का बैंक बैलेंस कितना है भी है कि नहीं, उन्होंने नहीं पता होंदा। बस वो गल नाल चंबड़ के मंग लैंदा बई मैनू यह चाहिए, ते पिता भावें करजाई होवे ना फिर भी अपने बच्चे की मंग पूरी करदा है। उन्होंने खिलाउणा चाहिए लिया के दिंदा है, उन्होंने मिठाई चाहिए लिया के दिंदा है, उन्होंने बस्तर चाहिए ने लिया के दिंदा है। ते श्री गुरु ग्रंथ साहब महाराज ते सारे जगत का पिता, सारे जगत नूं बच्चों की तरह निवाजदे ने। साहिब जी का एक होर भी बचन है, पिता किरपाल आग्याए दीनी, बारक मुख मांगे सो देना। होर किधरे हो सकता है तुसी मंगो 100 ते अगला 50 की गल करे बई 50 लै लै मैं तेनू 50 दे सकदा, 50 तो वध मेरे कोल कोई नहीं। किसी बैंक कोल जाओ 20 लाख की मंग करो अगला 5 लाख ते आ जाएगा भी इदों वध नहीं दे सकते, फिर सारी पड़ताल करेगा बई मोड़ भी सकता है कि नहीं मोड़ सकता। मैनू चंगी तरह याद है मैं क्रैडिट कार्ड लेना सी, पुरानी गल हुण ते नहीं पुरानी गल, तो मैं बैंक वालियां नूं कहा भी मैनू क्रैडिट कार्ड चाहिए। मैनू कहते काम तू की करदा, तेरा बिजनेस की है पहले ये दस। तो हुण मेरा बिजनेस तो तुहानूं सारिआं नूं पता है, मैं यही दस्सिया, मैं कहा मेरा बिजनेस तो होर कोई नहीं, कम कार तो होर कोई नहीं करदा, बस कथा करदा गुजारा ठीक हो जाता। इसलिए चाहिए बई कई बारी जहाज़ की कोई टिकट ऑनलाइन करानी होंदी है, अगले क्रैडिट कार्ड मंगते। मैनू हस के कहन लगे भी सॉरी असी थानू क्रैडिट कार्ड नहीं दे सकते, थोड़ा कम कार तो कोई है नहीं, पर गुरु कोलों आके मंगोगे ना, गुरु थोड़ी क्रैडिट लाइन नहीं देखता भी कितनी है, कर्म किहो जाए ने, कित्थों आया, कितनी उम्र दा है, मोड़ेगा भी कि नहीं मोड़ेगा। सगों साड़ी योग्यता नालों गुरु वध दे देंदा। दुनिया में थोड़ी योग्यता नालों घट मिलता है, अध में चली जाती गल। मजदूर आया ना, मजदूर नाल असी गलबात करते हैं, अगला 500 मंगे असी 250 तो गल शुरू करने, साडे सुभाव विच ही घाटा है। तो दूर क्यों जाइए, अपने घर ही देख लेना। गिलास पानी का भी लेना होंदा है ना, वो एक पोटा खाली होंदा है।
सारा गिलास पानी का भी भर के नहीं मिलता। प्रसादा छक रहे हैं, अद्धी कटोरी दाल होंदी, उस तो भी घट होंदी। हाले कटोरी च होर पै सकती है, जगह है, गुंजाइश है, पर सुभाव विच घाटा है। असी घट वाले पासे ज़्यादा चलते हैं। सच जानना, जदों गुरु कोलों कोई मंगदा है तो गुरु योग्यता नालों भी कई गुणा वध दे देंदा। महाराज दे बचन ने, कहते ने, उसते चौगुण करे निहाल, नानक साहिब सदा दयाल। इतना दयालु है कि साड़ी योग्यता नालों भी 4 गुणा वध दे देंदा। या इंज कहो, जितना तुहाडे कोल है, साडे कोल है, ये गुरु ने सानू भाग नालों 4 गुणा वध दिता होया। मुक्तसर मैं गुजारिश करना चाहता, वक़्त का तकाजा है। साहब कहन लगे, कुछ तो मंगो, मन विच देखो कोई मंग होवेगी। भाई नंद लाल कहन लगे, हाँ कलगियां वालिया, एक मंग बार बार मन विच उठदी है। की मंग उठदी है? भाई नंद लाल जी ने जो बचन आखे ने, वो जुड़े हुए हिरदे दे बोल ने। ये कह के मैं आप को खिमा प्रार्थी होवांगा। आखन लगे, हे कलगियां वालिया, अगर ये मेरी मंग पूरी हो जावे तो मैं अपना जीवन सदके कर देवां। महाराज कहन लगे, दसो केड़ी मंग है? बड़े गहरे बोल ने भाई साहब जी दे। आखन लगे, शबद कुर्बान खा के राहे संगत, दिल गोया हमीरा आरजू करत। हे कलगियां वालिया, मेरा मन ये मंग करदा है, जिस रस्त्यों संगतां लंघ के तेरे कदमां तक पहुँचियां ने, तेरे कदमां दी खाक मस्तक ते लाई है, उस रस्ते दी खाक नंद लाल दे मस्तक ते लगदी रवे। नंद लाल दा मस्तक खाक तो वंझा ना हो। महाराज ने गल नाल ला लिया ते आखण लगे, भाई जी तुहाडा हिरदा जुड़िया होया है, जुड़िया होया ही महान होंदा है। और इस संसार विच सब तो वड्डा पुण्य कर्म भी यही है कि मनुख जीवन होंदियां साडा हिरदा परमात्मा नाल जुड़ जाए। ऐसा मनुख गुरु दी खाक मंगदा। मैनूं एक बचन मस्कीन जी का भी चेते च आ गया, मैं थोड़े नज़र करदा। अज भी उन्होंने संगतां उसे ही चाह नाल रोज़ सुनदियां। किते एक अद्धा दिन कथा ना आवे तो बड़े फोन आ जाते हैं। मैनू समझते शायद ये कथा टैलीकास्ट करता, दोबारे शुरू करो, बंद क्यों हो गई? मैं कि कोई गल नहीं, शुरू हो जाए। होंदी रहिंदी, वख-वख चैनलों ते रोज़ संगतां सरवण करदियां। सीसगंज साहिब की गल है, एक सज्जन उन्होंने कहन लगा, बई थानू कथा भेट माया बड़ी घट आई है। ये होंदा कदी घट कदी वध चलता रहता है। भाई गुरविंदर सिंह जी बैठे ने, बहुत विद्वान ने, अक्सर मैनू कैनेडा आदि मुल्कों च मिलते रहते। साडा मेल होंदा रहता। मेरा गिला भी इन्हां ते, जिस दिन मैनू फोन किया सी ना समागम ते आउण लई, मैं कहा घर भी आउणा पैना। ते मैनू हुण कहंदे सी, मैं कहा आए नहीं, कहंदे ने मेरा उधार रह गया, आवांगा जरूर। तो मैं अगों कहा नहीं भी जे अज दा आउणा मैं भी उधार कर छड़दा। फिर बहुत विद्वान पुरख ने, इस गल नूं आप सारे भी गहराई नाल जाणदे हो, समझदे हो। संगतां बड़े प्यार नाल उन्हां नूं रोज़ सुणदियां ने। आखण लगे, गुरमुखो ये घट वध दा ते गुरु नूं पता है, सानू नहीं पता। घट लोड़ होवे घट आ जाती है, वध लोड़ होवे वध आ जाती है। अज तक कदी लोड़ ते रुकी कोई नहीं। वो सज्जन जरा काहली विच सी, कहण लगा, नहीं मैं तुहानूं ये बेनती करना चाहता बई जे साडे मत की कथा करन लग पवो ना, तो तुहानूं 2 करोड़ असी पर एनम दे दिया करांगे। हर साल 2 करोड़ दे देविया करांगे। उन्हां दा मत साडे चों ही निकलिया होया, अपने आप नूं गुरु समझी बैठे। मैं नाम नहीं लेना चाहता, क्योंकि एवें अगले दी खाम खा एडवरटाइज हो जाती है।
ਔਰ ਸਾਰੀ ਦੁਨੀਆ 'ਚ ਵਿਚਾਰ ਪਹੁੰਚਦੇ ਪਏ ਨੇ। ਮੈਂ ਕਿਉਂ ਫ੍ਰੀ ਵਿੱਚ ਉਹਨਾਂ ਦੀ ਐਵੇਂ ਐਡਵਰਟਾਈਜ਼ ਕਰਦਾ ਫਿਰਾਂ। ਮਸਕੀਨ ਜੀ ਨੇ ਕਿਹਾ, ਅੱਛਾ ਕਿਵੇਂ ਤੁਹਾਡਾ ਪ੍ਰਚਾਰ ਹੋਵੇ? ਕਹਿਣ ਲੱਗੇ, ਬਸ ਕਦੀ ਕਦਾਈ ਕਥਾ 'ਚ 2-4 ਦਿਨਾਂ ਬਾਅਦ ਇੱਕ ਵਾਰੀ ਜ਼ਿਕਰ ਕਰ ਦਿਆ ਕਰੋ ਬਈ ਉਹ ਬੜੇ ਵੱਡੇ ਚੰਗੇ ਬੰਦੇ। ਤੇ ਮਸਕੀਨ ਜੀ ਨੇ ਇਸ ਤਰ੍ਹਾਂ ਜ਼ਮੀਨ 'ਤੇ ਹੱਥ ਲਗਾਇਆ, 2 ਪੋਟੇ। ਕਹਿਣ ਲੱਗੇ, ਤੈਨੂੰ ਕੁਝ ਦਿਖ ਰਿਹਾ ਮੇਰੇ ਪੋਟਿਆਂ 'ਤੇ? ਕੁਝ ਲੱਗਿਆ ਹੋਇਆ, ਕੁਝ ਦਿਖਾਈ ਪੈਂਦਾ? ਆਖਣ ਲੱਗਾ, ਨਹੀਂ ਦਿਖਾਈ ਤੇ ਕੁਛ ਨਹੀਂ ਪੈ ਰਿਹਾ। ਥੱਲੇ ਹੱਥ ਲਗਾਏ ਨੇ ਤੇ ਧੂੜ ਮਿੱਟੀ ਲੱਗੀ ਹੈ, ਹੋਰ ਕੀ ਲੱਗਿਆ? ਆਖਣ ਲੱਗੇ, ਹਾਂ ਠੀਕ, ਧੂੜ ਲੱਗੀ ਹੈ, ਪਰ ਇਹ ਧੂੜ ਮਿੱਟੀ ਨਹੀਂ ਹੈਗੀ, ਇਹ ਧੂੜ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਘਰ ਦੀ ਹੈਗੀ। ਤੇ ਮੈਂ ਤੈਨੂੰ ਸੱਜਣਾ ਇੰਨਾ ਹੀ ਕਹਿਣਾ ਚਾਹੁੰਦਾ ਹਾਂ ਬਈ 2 ਕਰੋੜ ਕੀ ਹੈ, ਜੇ 2 ਕਰੋੜ ਰੋਜ਼ ਦਾ ਵੀ ਦੇਵੇਂ ਤੇ ਗੁਰੂ ਨਾਨਕ ਦੇ ਕਦਮਾਂ ਦੀ ਇਹ 2 ਪੋਟੇ ਖਾਕ ਇਹ 2 ਅਰਬ ਨਾਲੋਂ ਵੀ ਜ਼ਿਆਦਾ ਕੀਮਤ ਰੱਖਦੀ ਹੈ। ਇਸ ਲਈ ਮੈਨੂੰ ਇਹ ਮਿਲਦੀ ਰਵੇ, ਹੋਰ ਮੈਨੂੰ ਲੋੜ ਕੋਈ ਨਹੀਂ ਹੈਗੀ। ਤੇ ਅੱਜ ਤੇ ਮੈਂ ਅਰਜ਼ ਕਰਾਂ, ਘਰ ਵਿੱਚ ਹੀ ਜੰਮ ਪਏ ਜਿਹੜੇ ਕਹਿੰਦੇ ਨਿਤਨੇਮ ਦੀ ਕੋਈ ਲੋੜ ਨਹੀਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਨੂੰ ਇਸ ਤਰ੍ਹਾਂ ਤਨਜ਼ ਕਰਕੇ ਗੱਲ ਕਰਦੇ ਜਿਵੇਂ ਕਿਸੇ ਸ਼ਰੀਕ ਨਾਲ ਬੰਦਾ ਗੱਲ ਕਰਦਾ। ਸ਼ਰੀਕ ਨਾਲ ਵੀ ਗੱਲ ਕਰਦਿਆਂ ਝਿਜਕਦਾ ਹੈ। ਉਹਨਾਂ ਦਾ ਸੁਭਾਅ ਬਣ ਗਿਆ ਬਈ ਜਿਵੇਂ ਮਰਜ਼ੀ ਹੋਵੇ, ਇਹਨਾਂ ਸਿੱਖਾਂ ਨੂੰ ਨਿਤਨੇਮ ਨਾਲੋਂ ਤੋੜ ਦਿਓ, ਆਪੇ ਹੀ ਮਰ ਜਾਣਗੇ। ਇਹਨਾਂ ਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਬਾਣੀ ਦੇ ਸਤਿਕਾਰ ਨਾਲੋਂ ਤੋੜ ਦਿਓ, ਆਪੇ ਹੀ ਮਰ ਜਾਣਗੇ। ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲੋਂ ਤੋੜ ਦਿਓ, ਕਿਸੇ ਹਥਿਆਰ ਦੀ ਲੋੜ ਨਹੀਂ, ਆਪੇ ਹੀ ਖਤਮ ਹੋ ਜਾਣਗੇ। ਜਿਵੇਂ ਸੰਸਾਰ ਔਜੜ ਪਿਆ ਹੋਇਆ, ਇਹ ਵੀ ਔਜੜ ਪੈ ਜਾਣਗੇ। ਪਰ ਮੈਂ ਖੁਸ਼ਕਿਸਮਤੀ ਸਮਝਦਾ ਹਾਂ ਐਸੇ ਹਿਰਦੇ ਕੌਮ ਵਿੱਚ ਮੌਜੂਦ ਨੇ ਜਿਹੜੇ ਆਪ ਵੀ ਨਿਤਨੇਮ ਕਰਦੇ ਨੇ, ਕਰਨ ਦੀ ਪ੍ਰੇਰਨਾ ਵੀ ਦਿੰਦੇ, ਆਪ ਵੀ ਜਾਪ ਕਰਦੇ ਨੇ, ਜਪਣ ਦੀ ਪ੍ਰੇਰਨਾ ਵੀ ਦਿੰਦੇ ਨੇ। ਅੱਜ ਦੁਪਹਿਰੇ ਬਾਬਾ ਅਮੀਰ ਸਿੰਘ ਜੀ ਨਾਲ ਬੈਠਣਾ ਹੋਇਆ ਸੀ, ਇਹੀ ਗੱਲ ਚੱਲਦੀ ਰਹੀ ਜਿਤਨੀ ਦੇਰ ਬੈਠਣਾ ਹੋਇਆ। ਨਾਮ ਤੋਂ ਬਿਨਾਂ ਦੂਜੀ ਗੱਲ ਕੋਈ ਨਹੀਂ। ਔਰ ਮਹਾਰਾਜ ਮਿਹਰਾਂ ਕਰ ਦੇਵੇ, ਆਪ ਜਿਤਨੇ ਸਰਵਣ ਕਰ ਰਹੇ ਹੋ, ਇੱਥੇ ਗੁਰੂ ਦਰਬਾਰ 'ਚ ਬੈਠੇ ਵੀ ਸਰਵਣ ਕਰ ਰਹੇ ਹੋ, ਔਰ ਆਪਣੇ ਪਰਿਵਾਰ 'ਚ ਬੈਠੇ ਵੀ ਸਰਵਣ ਕਰ ਰਹੇ ਹੋ। ਇੱਕ ਹੀ ਅਰਦਾਸ ਕਰੀਏ, ਹੇ ਗੁਰੂ ਪਿਤਾ ਤੇਰੇ ਨਾਲ ਜੁੜਨਾ ਹੋਵੇ। ਇਹਨਾਂ ਪੰਕਤੀਆਂ ਦਾ ਅਨੁਸਰਨ ਬਾਰ-ਬਾਰ ਕਰਦੇ ਰਹੀਏ। ਕੋਈ ਜਨ ਹਰਿ ਸਿਉ ਦੇਵੈ ਜੋਰ, ਚਰਨ ਗਹੋਂ ਬਕੋਂ ਸ਼ੁਭ ਰਸਨਾ, ਦੀਜੈ ਪ੍ਰਾਨ ਆਕੋਰ। ਜੋੜਨ ਵਾਲਿਆਂ ਤੋਂ ਸਾਡੇ ਪ੍ਰਾਣ ਵੀ ਸਦਕੇ ਨੇ, ਤੋੜਨ ਵਾਲਿਆਂ ਦੇ ਤੇ ਲਾਗੇ ਬੈਠਣਾ ਵੀ ਗੁਨਾਹ ਹੈ। ਉਹਨਾਂ ਦੇ ਕੋਲ ਬੈਠ ਕੇ ਮਨ ਦੁੱਖ ਨਾਲ ਭਰ ਜਾਂਦਾ, ਲੇਖਾ ਦੇਣਾ ਪੈਂਦਾ। ਸੰਗ ਕੁਸੰਗੀ ਬੈਸ ਤੇ ਤਬ ਪੁੱਛੈ ਧਰਮ ਰਾਏ। ਤੇ ਜੁੜਿਆ ਹੋਇਆਂ ਦੇ ਕੋਲ ਬੈਠਣ ਨਾਲ ਇਹ ਹੁੰਦਾ, ਤਿਨਾਂ ਦੇਖ ਮਨ ਚਾਉ ਉਠੰਦਾ, ਹਉ ਕਦ ਪਾਈ ਗੁਣ ਤਾਸਾ। ਜਿਨੀ ਮੈਂਡਾ ਲਾਲ ਰਿਝਾਇਆ, ਹਉ ਤਿਸ ਆਗੇ ਮਨ ਡੇਹੀਆ। ਮਹਾਰਾਜ ਦੇ ਬਚਨ। ਸਤਿਗੁਰੂ ਮਿਹਰਾਂ ਭਰਿਆ ਹੱਥ ਰੱਖਣ। ਬਹੁਤ ਵਧਾਈ ਦੇ ਪਾਤਰ ਨੇ ਸੰਤ ਬਾਬਾ ਅਮੀਰ ਸਿੰਘ ਜੀ, ਜਿਹੜਾ ਆਪਣਾ ਸਮਾਂ ਸੰਗਤਾਂ ਨੂੰ ਜੋੜਨ ਵਾਸਤੇ ਭੇਟਾ ਕਰਦੇ ਪਏ। ਦਿਨ ਰਾਤ ਸਮਾਗਮ ਚੱਲਦੇ ਹੀ ਰਹਿੰਦੇ ਨੇ। ਭਾਵੇਂ ਮੇਰਾ ਆਉਣਾ ਨਾ ਹੁੰਦਾ ਹੋਵੇ, ਘੱਟ ਹੁੰਦਾ ਹੋਵੇ, ਅਖਬਾਰਾਂ 'ਚ ਪਤਾ ਚੱਲ ਜਾਂਦਾ, ਪ੍ਰੇਮੀਆਂ ਤੋਂ ਪਤਾ ਚੱਲ ਜਾਂਦਾ। ਸਾਰੀ ਦੁਨੀਆ 'ਚ ਬਾਬਾ ਸੁੱਚਾ ਸਿੰਘ ਜੀ ਨੂੰ ਪ੍ਰੇਮ ਕਰਨ ਵਾਲੇ, ਬਾਬਾ ਅਮੀਰ ਸਿੰਘ ਜੀ ਨੂੰ ਪ੍ਰੇਮ ਕਰਨ ਵਾਲੇ ਸਾਰੀ ਦੁਨੀਆ 'ਚ ਬੈਠੇ ਨੇ। ਔਰ ਇਹ ਅਸਥਾਨ ਸਾਡੇ ਇਸ ਇਲਾਕੇ ਦਾ ਸ਼ਾਨਮਈ ਅਸਥਾਨ ਹੈ, ਸਭ ਤੋਂ ਵੱਡਾ ਲੈਂਡਮਾਰਕ ਹੈ। ਜਦ ਕੋਈ ਪਹਿਲੀ ਵਾਰੀ ਆਉਣ ਵਾਲਾ ਪੁੱਛਦਾ ਹੈ ਨਾ ਵੀ ਤੁਹਾਡਾ ਘਰ ਕਿੱਥੇ ਕੁ ਜੇ ਰਹਿੰਦੇ ਹੋ, ਅਤੇ ਉਹਨਾਂ ਨੂੰ ਅਸੀਂ ਇਹੀ ਦੱਸਦੇ ਹਾਂ ਬਈ ਬਾਬਾ ਸੁੱਚਾ ਸਿੰਘ ਜੀ ਦਾ ਅਸਥਾਨ, ਉੱਥੇ ਆ ਜਾਇਓ, ਘਰ ਦਾ ਪਤਾ ਚੱਲ ਜਾਏ। ਬੜੀ ਵੱਡੀ ਇਸ ਅਸਥਾਨ ਦੀ ਦੇਣ ਹੈ ਕੌਮ ਨੂੰ। ਰਾਗ ਤੇ ਸਾਡੇ 'ਚੋਂ ਮੁੱਕਦਾ ਹੀ ਜਾ ਰਿਹਾ ਸੀ।
ਸਾਡੇ ਵੱਡੇ ਵੱਡੇ ਸਟਾਰ ਲਾਈਨ ਕੀਰਤਨੀਏ ਫਿਲਮਾਂ ਦੀਆਂ ਧੁਨੀਆਂ ਗਾਉਂਦੇ ਰਹੇ ਨੇ, ਹੁਣ ਵੀ ਗਾਉਂਦੇ। ਗੁਰੂ ਗ੍ਰੰਥ ਸਾਹਿਬ ਜੀ ਦੇ ਰਾਗਾਂ ਨਾਲ ਜੋੜਨ ਵਾਸਤੇ, ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਜੋੜਨ ਵਾਸਤੇ, ਸਤਿਗੁਰੂ ਜੀ ਦੀ ਬਾਣੀ ਦੇ ਸਤਿਕਾਰ ਵਾਸਤੇ ਆਪਣਾ ਸਾਰਾ ਜੀਵਨ ਸਮਰਪਿਤ ਕੀਤਾ ਹੈ ਬਾਬਾ ਸੁੱਚਾ ਸਿੰਘ ਜੀ ਨੇ। ਉਹ ਵੀ ਸ਼ਹੀਦ ਨੇ ਜੇ ਸਹੀ ਮੰਨਿਆ ਸਮਝੀਏ, ਕਿਉਂਕਿ ਆਪਣਾ ਸਾਰਾ ਜੀਵਨ ਗੁਰਬਾਣੀ ਵਾਸਤੇ ਲਾਇਆ ਹੈ, ਆਪਣਾ ਸਾਰਾ ਜੀਵਨ ਸਮਰਪਿਤ ਕੀਤਾ। ਆਪਣੀ ਸਿਹਤ ਦਾ ਵੀ ਖਿਆਲ ਨਹੀਂ ਰੱਖਿਆ, ਭੋਜਨ ਦਾ ਵੀ ਖਿਆਲ ਨਹੀਂ ਰੱਖਿਆ, ਬਸ ਇੱਕੋ ਹੀ ਖਿਆਲ ਰੱਖਿਆ, ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਨਾਲ, ਗੁਰੂ ਗ੍ਰੰਥ ਸਾਹਿਬ ਜੀ ਦੇ ਵਿਚਾਰ ਨਾਲ ਅਤੇ ਸਤਿਗੁਰੂ ਜੀ ਵੱਲੋਂ ਬਖਸ਼ੇ ਹੋਏ ਕਿਰਦਾਰ ਨਾਲ ਸੰਗਤ ਨੂੰ ਜੋੜਨਾ। ਉਹਨਾਂ ਦੀ ਪਾਵਨ ਪ੍ਰੇਰਨਾ ਦਾ ਸਦਕਾ ਆਪਾਂ ਸਾਰੇ ਜੁੜ ਬੈਠੇ ਹਾਂ। ਗੁਰੂ ਮਿਹਰ ਕਰੇ। ਇਤਨੇ ਹੀ ਬਚਨ ਹੈ ਇਸ ਵੇਲੇ ਪ੍ਰਵਾਨ ਕਰਨਾ। ਭੁੱਲ ਚੁੱਕ ਦੀ ਖਿਮਾ ਜ਼ਰੂਰ ਨਿਮਾਣੇ ਸੇਵਕ ਦੀ ਝੋਲੀ 'ਚ ਪਾ ਦੇਣਾ। ਸਤਿਗੁਰੂ ਜੀ ਦੇ ਚਰਨ ਕਮਲਾਂ 'ਚ ਪ੍ਰਾਰਥਨਾ ਹੈ, ਹੇ ਗੁਰੂ ਗ੍ਰੰਥ ਸਾਹਿਬ ਮਹਾਰਾਜ, ਆਪਣੇ ਇਸ ਪਿਆਰੇ ਸੇਵਕ ਸੰਤ ਬਾਬਾ ਅਮੀਰ ਸਿੰਘ ਜੀ ਦੇ ਸਿਰ 'ਤੇ, ਇਹਨਾਂ ਦੇ ਸਾਰੇ ਸਹਿਯੋਗੀਆਂ ਦੇ ਸਿਰ 'ਤੇ ਮਿਹਰ ਭਰਿਆ ਹੱਥ ਰੱਖੋ। ਆਪ ਜੁੜੇ ਰਹਿਣ ਅਤੇ ਸਿੱਖ ਜਗਤ ਨੂੰ, ਟੁੱਟਿਆ ਹੋਇਆ ਹਿਰਦਿਆਂ ਨੂੰ ਸਤਿਗੁਰੂ ਜੀ ਨਾਲ ਜੋੜਦੇ ਰਹਿਣ। ਬਾਰੰਬਾਰ ਭੁੱਲ ਚੁੱਕ ਦੀ ਖਿਮਾ, ਦਸਤ ਬਸਤਾ ਗੁਰੂ ਫਤਿਹ ਦੀ ਦਾਤ ਆਪਣੀ ਆਪਣੀ ਝੋਲੀ 'ਚ ਪਵਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ